वालेकुम वरहमतुल्लाहि वबरकातुहू। मेरे सारे वीरां नूं, सारे दोस्तां नूं, भाइयां नूं, सारिਆਂ ਨੂੰ ਮੇਰਾ ਸਲਾਮ। ਤੇ ਮੈਂ ਇੱਕ YouTube ਦਾ ਵਲੌਗ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਅੱਜ ਦਾ ਟੌਪਿਕ ਸਾਡਾ ਇਹ ਆ ਕਿ ਜਿਹੜੇ ਲੋਕ ਦਿਖਾ ਕੇ ਚੀਜ਼ਾਂ ਦਿੰਦੇ ਆ, ਇਹ ਸ਼ਾਪਰ ਖੈਰਾਤ ਦੇਣੀ ਹੁੰਦੀ ਆ, ਆਪਣਾ ਸਦਕਾ ਖੈਰਾਤ ਦੇਣੀ ਨਾਲ ਸੈਲਫੀ ਦਿੰਦੇ, ਸਾਡਾ ਮੌਜੂ ਹੈ। ਅੱਛਾ, ਇਹ ਮੌਜੂ ਸੁਣਨ ਤੋਂ ਪਹਿਲਾਂ ਮੇਰਾ ਇੱਕ ਥੋੜੀ ਜਿਹੀ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਮਿਹਰਬਾਨੀ, ਤੁਹਾਡੀ ਰੈੱਡ ਬਟਨ ਦਾ ਨਿਸ਼ਾਨ ਹੈ, ਉਹਦੇ ਜਾਓ ਘੰਟੀ ਦਾ ਬਟਨ ਦਬਾ ਲੈਣਾ। ਅੱਛਾ ਜੀ, ਸਾਡਾ ਗੱਲ ਦਾ ਅੱਜ ਦਾ ਮੌਜੂ ਹੈ ਇਹ ਕਿ ਦੁਨੀਆ ਫਾਨੀਆਂ, ਇੱਕ ਦਿਨ ਸਭ ਨੇ ਟੁਰ ਜਾਣਾ ਹੈ, ਅਸਾਂ ਵੀ ਜਾਣਾ, ਤੁਸਾਂ ਵੀ ਜਾਣਾ ਹੈ। ਛੋਟੀ ਦੀ ਮਹਿਦੂਦ ਦੀ ਜ਼ਿੰਦਗੀ ਆ, ਇਹ ਜ਼ਿੰਦਗੀ 'ਚ ਕਾਫੀ ਇਨਸਾਨ ਨੂੰ ਮੁਸ਼ਕਲਾਤ ਆਉਂਦੀਆਂ, ਆਸਾਨੀਆਂ ਵੀ ਹੁੰਦੀਆਂ ਨੇ। ਤੇ ਮੇਰਾ ਇਹ ਕਹਿਣ ਦਾ ਮਤਲਬ ਇਹ ਕਿ ਸੰਨ 2015 ਵਿੱਚ ਤੇ 18 ਵਿੱਚ ਇੱਕ ਐਸਾ ਨੌਜਵਾਨ ਦੁਨੀਆ ਤੋਂ ਗਿਆ ਸੀ ਕਿ ਉਹ ਕੁਝ ਅਲਫਾਜ਼ ਆਪਣੇ ਵਾਸਤੇ ਉਹ ਛੱਡ ਕੇ ਚਲਾ ਗਿਆ। ਤੇ ਉਹਦਾ ਮੈਂ ਜੋ ਨਾਮ ਸਾਹਮਣੇ ਲੈਣਾ ਚਾਹਣਾ ਇਨਸ਼ਾਅੱਲਾ, ਤੇ ਉਹਦਾ ਨਾਂ ਹੈ ਅਲੀ ਬੰਨਤ। ਤੁਸੀਂ ਸਾਰੇ ਉਹਨੂੰ ਵਾਕਫ ਉਹਦੇ YouTube ਦੇ ਔਰ ਦੂਸਰੀ ਇਹ ਚੀਜ਼ਾਂ ਦੇ ਵਲੋਗਾਂ 'ਤੇ ਕਾਫੀ ਫੇਮਸ ਹੋਇਆ ਸੀ। ਤੇ ਇਹਦੇ ਨਾਲ ਨਾਲ ਕੁਝ ਦੁਨੀਆ 'ਤੇ ਹਜ਼ਾਰਾਂ ਇਨਸਾਨ ਆਉਂਦੇ ਆ, ਹਜ਼ਾਰਾਂ ਜਾਂਦੇ ਆ, ਲੇਕਿਨ ਦੁਨੀਆ ਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਕੁਝ ਐਸੇ ਇਨਸਾਨ ਦੁਨੀਆ 'ਤੇ ਆਉਂਦੇ ਆ ਜਿਹੜੇ ਕੋਈ ਚੰਦ ਬੋਲ ਜਾਂ ਚੰਦ ਐਸੇ ਚੀਜ਼ਾਂ ਛੱਡ ਕੇ ਜਾਂਦੇ ਆ ਜਿਹਨੂੰ ਜ਼ਮਾਨਾ ਸਾਰੀ ਜ਼ਿੰਦਗੀ ਯਾਦ ਰੱਖਦਾ ਹੈ। ਇਸੇ ਤਰ੍ਹਾਂ ਹੀ ਸਾਡਾ ਇੱਕ ਪਿਆਰਾ ਮੁਸਲਮਾਨ ਭਾਈ ਅਲੀ ਬੰਨਤ ਦੀ ਜ਼ਿੰਦਗੀ ਦੇ ਬਾਰੇ ਕੁਝ ਤੁਹਾਨੂੰ ਹਵਾਲਾ ਦੇਣਾ ਚਾਹਨਾ ਕਿ ਅਲੀ ਬੰਨਤ ਕੌਣ ਸੀ, ਕਿੱਥੋਂ ਦਾ ਰਹਿਣ ਵਾਲਾ ਸੀ, ਤੋਂ ਜ਼ਿੰਦਗੀ ਦਾ ਕਿਸ ਤਰ੍ਹਾਂ ਦਾ ਲਹਿਜਾ ਸੀ। ਅਲੀ ਬੰਨਤ ਆਸਟ੍ਰੇਲੀਆ ਦਾ ਇੱਕ ਬੜਾ ਅਮੀਰ ਤਰੀਨ ਨੌਜਵਾਨ ਸੀ ਜਿਹਦੀ 32 ਸਾਲ ਉਮਰ ਸੀ ਹੁੰਦੀ। ਤੇ ਉਹਨੂੰ ਤੁਸੀਂ ਇੱਕ YouTube 'ਤੇ ਜਾ ਕੇ ਸਕਦੇ ਹੋ, ਕਾਫੀ ਉਹਦੇ ਬਾਰੇ ਵੀਡੀਓ ਹੈਗੀਆਂ ਨੇ। ਤੇ ਪਹਿਲਾ ਮਰਤਬਾ ਸੰਨ 2015 ਵਿੱਚ ਉਹਨੂੰ ਕੈਂਸਰ ਦੀ ਉਹਨੂੰ ਸ਼ਿਕਾਇਤ ਹੋਈ, ਕੈਂਸਰ ਉਹਨੂੰ ਹੋਇਆ। ਤੇ ਜਦੋਂ ਉਹਨੂੰ ਵੇਖਿਆ ਕਿ ਚੌਥੀ ਸਟੇਜ ਉਹਨੂੰ ਕੈਂਸਰ ਦੀ ਆਖਰੀ ਸਟੇਜ ਸੀ, ਡਾਕਟਰਾਂ ਨੇ ਕਿਹਾ ਕਿ ਓਨਲੀ ਤੇਰੇ ਕੋਲ 6 ਮਾਹ ਬਾਕੀ ਆ। ਮੇਰੇ ਭਾਈਓ ਜ਼ਰਾ ਸੋਚੋ, ਉਹਦੇ ਕੋਲ ਜ਼ਿੰਦਗੀ ਦੇ ਹਰ ਆਸਾਇਸ਼ਾਂ ਉਹਦੇ ਕੋਲ ਹੈਗੀਆਂ ਸਨ। ਤੇ ਇੱਕ ਵਾਹਦ ਉਹ ਬੰਦਾ ਹੈ ਜਿਹਦੇ ਕੁਝ ਵਰਡਸ ਹਮੇਸ਼ਾ ਯਾਦ ਰੱਖੇ ਜਾਣ। ਉਹਨੇ ਇਹ ਕਿਹਾ ਕਿ ਮੈਨੂੰ ਆ ਜਿਹੜਾ ਕੈਂਸਰ ਦਾ ਤੋਹਫਾ ਮਿਲਿਆ, ਮੈਨੂੰ ਗੋਡ ਗਿਫਟ ਦਾ ਨਾਮ ਦਿੱਤਾ ਹੈ ਕਿ ਮੈਨੂੰ ਇੱਕ ਗਿਫਟ ਮਿਲਿਆ ਅੱਲਾ ਵੱਲੋਂ। ਤੇ ਯਾਰ ਇਹ ਵਰਡਸ ਹਮੇਸ਼ਾ ਉਹਦੇ ਵਾਸਤੇ ਆਪਣੇ ਲੋਕਾਂ ਵਾਸਤੇ ਨਸੀਹਤ ਆ, ਜਿਹੜੇ ਆਪਣੇ ਨੌਜਵਾਨ ਬੰਦਿਆਂ ਵਾਸਤੇ ਜਿਹੜੇ ਇਲਮ ਦੇ ਢੇਰ ਸਾਰੇ ਜ਼ਖੀਰੇ ਲਈ ਬੈਠੇ ਆ, ਆਪਣੇ ਕੋਠੇ ਮਾਲੋ ਦੌਲਤ ਰੱਖੀ ਬੈਠੇ ਆ, ਤੇ ਲੇਕਿਨ ਉਹਨਾਂ ਵਿੱਚ ਗਰੀਬਾਂ ਦਾ ਵਿੱਚ ਕੋਈ ਹੱਕ ਨਹੀਂ ਦੇ ਰਿਹਾ। ਮੇਰੀ ਗੱਲ ਦਾ ਅਕਸਰ ਮੈਂ ਗੱਲ ਦੇ ਟੌਪਿਕ 'ਤੇ ਆਉਣਾ ਕਿ ਅਲੀ ਬੰਨਤ ਆਸਟ੍ਰੇਲੀਆ ਸਿਡਨੀ ਦਾ ਇੱਕ ਸ਼ਹਿਰ ਦਾ ਨੌਜਵਾਨ ਲੜਕਾ ਸੀ। ਉਹਦੇ ਕੋਲ ਹਰ ਚੀਜ਼ ਮਹਿੰਗੀ ਤੋਂ ਮਹਿੰਗੀ, ਉਹਦੇ ਜੁੱਤੇ ਦੀ ਕੀਮਤ ਤੱਕ 50,000 ਰੁਪਏ ਪਾਕਿਸਤਾਨੀ, 50,000 ਰੁਪਏ ਕੀਮਤ। ਉਹਦੇ ਗਲਾਸਿਸ ਦੀ ਕੀਮਤ 60,000 ਰੁਪਏ, ਉਹਦੇ ਗਲਾਸਿਸ ਦੀ ਐਨਕ ਦੀ ਕੀਮਤ ਹੁੰਦੀ ਇੰਨੀ। ਤੇ ਉਹਦੀ ਗੱਡੀ 5-5, 10, 20 ਕਰੋੜ ਦੀ ਇੱਕ ਗੱਡੀ ਹੁੰਦੀ। ਤੇ ਲੱਖਾਂ ਕਰੋੜਾਂ ਦੀ ਕੀ ਹੋਇਆ, ਉਹਨੂੰ ਅਚਾਨਕ ਜਦੋਂ ਪਤਾ ਚੱਲਿਆ, ਉਹਨੇ ਟੈਸਟ ਕਰਵਾਇਆ ਕਿ ਉਹਨੂੰ ਕੈਂਸਰ ਦੀ ਚੌਥੀ ਸਟੇਜ, ਆਖਰੀ ਸਟੇਜ, ਡਾਕਟਰਾਂ ਕਿਹਾ ਕਿ ਉਹਨੂੰ 7 ਮਾਹ ਜ਼ਿੰਦਾ ਤੇ ਇੱਕ ਜ਼ਿੰਦਗੀ ਹੈ। ਤੋ ਇਸੇ ਦੇ ਨਾਲ ਉਹਨੇ ਆਪਣੀ ਜ਼ਿੰਦਗੀ ਦਾ ਸਭ ਕੁਝ ਚੇਂਜ ਕਰਤਾ। ਆਪਣਾ ਜਿੰਨਾ ਵੀ ਪੈਸਾ ਸੀ ਉਹਨੇ ਆਖਿਆ ਕਿ ਮੈਨੂੰ ਅੱਲਾ ਵੱਲੋਂ ਗਿਫਟ ਮਿਲਿਆ ਹੈ। ਮੈਂ ਤਾਂ ਨਾਂ ਦਾ ਮੁਸਲਮਾਨ ਸਾਂ, ਲੇਕਿਨ ਸਭ ਕੁਝ ਭੁੱਲਿਆ ਹੋਇਆ ਸਾਂ ਕਿ ਪਤਾ ਨਹੀਂ ਸੀ ਕੁਝ ਵੀ, ਮੇਰਾ ਕੰਮ ਕੀ, ਕਿਰਦਾਰ ਕੀ ਆ, ਤੇ ਮੈਂ ਦੁਨੀਆ 'ਚ ਮਕਸਦ ਕੇ ਵਾਸਤੇ ਆਇਆ। ਤਾਂ ਉਹਨੇ ਆਖਿਆ ਮੇਰੇ ਕੋਲ ਅੱਜ ਮੌਕਾ ਹੈ। ਉਹਨੇ ਸਭ ਕੁਝ ਆਪਣਾ ਜਿਹੜਾ ਕਾਰੋਬਾਰ, ਬਿਜ਼ਨਸ ਸਾਰਾ ਪੈਂਡਿੰਗ ਕੀਤਾ ਤੇ ਅਫਰੀਕਾ ਦੇ ਜੰਗਲਾਂ ਵਿੱਚ ਚਲਾ ਗਿਆ। ਉੱਥੇ ਗਰੀਬ ਬੱਚਿਆਂ ਦੇ ਹੌਸਪੀਟਲ ਬਣਾਏ, ਉਹਨਾਂ ਨੂੰ ਤੋਹਫੇ ਤਹਿਫ ਤੇ ਉਹਨਾਂ ਸਕੂਲ ਬਣਵਾਏ ਜਿੰਨਾ ਵੀ ਪੈਸਾ ਹੈਗਾ ਸੀ। ਤੇ ਫਿਰ ਉਹਦਾ ਇੱਕ ਵੀਡੀਓ ਵਿੱਚ ਉਹ ਕਹਿੰਦਾ, ਅਲੀ ਬੰਨਤ ਕਹਿੰਦਾ ਕਿ ਮੇਰੇ ਕਿਹਾ ਗੱਡੀ ਦੀ ਜਿਹੜੀ ਕੀਮਤ ਆ, ਇੱਕ ਅਫਰੀਕੀ ਬੱਚੇ ਦੀ ਖੁਸ਼ੀ ਤੋਂ ਵੱਧ ਕੋਈ ਕੀਮਤ ਨਹੀਂ ਹੈਗੀ। ਦੇਖੋ ਜੀ, ਇੱਕ ਉਹ ਆਪਣੇ ਨੌਜਵਾਨ 32 ਸਾਲ ਦੀ ਏਜ ਵਿੱਚ ਕਿ ਆਪਾਂ ਨੂੰ ਇੰਨਾ ਪੈਗਾਮ ਦੇ ਗਿਆ ਜੋ ਅਸੀਂ 60 ਸਾਲ ਦੀ ਏਜ ਵਿੱਚ ਵੀ ਇਹ ਪੈਗਾਮ ਨਹੀਂ ਦੇ ਸਕਨੇ ਆ। ਇੱਕ ਨੌਜਵਾਨ ਜਿਹੜਾ ਕੈਂਸਰ ਨੂੰ ਕਹਿੰਦਾ ਕਿ ਅੱਲਾਹ ਤਾਲਾ ਵੱਲੋਂ ਮੈਨੂੰ ਗੋਡ ਗਿਫਟ ਮਿਲਿਆ ਹੈ, ਇਹ ਗੋਡ ਗਿਫਟ ਦਾ ਨਾਂ ਦੇ ਤੇ ਦੁਨੀਆ ਤੇ ਆਪਣੇ ਸੁਨਹਿਰੇ ਹਰੂਫ ਛੱਡ ਗਿਆ। ਤੇ ਇਸੇ ਤਰੀਕੇ ਕਦੇ ਜ਼ਮਾਨਾ ਯਾਦ ਰੱਖੋ ਦੋਸਤੋ, ਸੋਚਣ ਵਾਲੀ ਗੱਲ ਹੈ ਕਿ ਐਵੇਂ ਸਿਕੰਦਰ ਆਜ਼ਮ ਵੀ 32 ਸਾਲ ਦੀ ਏਜ ਵਿੱਚ ਵਫਾਤ ਹੋਏ। ਤੇ ਜਦੋਂ ਉਹਨਾਂ ਆਖਰੀ ਵਰਡਸ ਕਹਿਣਾ ਕਿ ਜਦੋਂ ਮੈਂ ਦੁਨੀਆ ਤੋਂ ਜਾਣਾ ਤੇ ਮੇਰੇ ਦੋਨੋਂ ਹੱਥ ਬਾਹਰ ਕੱਢਦੇ ਆ ਤਬੂਰ ਤੋਂ, ਕਿ ਦੁਨੀਆ ਨੂੰ ਦੱਸਣਾ ਚਾਹਣਾ ਕਿ ਮੈਂ ਦੁਨੀਆ ਤੋਂ ਕੁਝ ਨਹੀਂ ਲਈ ਜਾਣਾ। ਤੇ ਮੇਰੇ ਭਾਈ ਜ਼ਰਾ ਅਕਲ ਦੇ ਘੋੜੇ ਦੜਾਉਣ ਵਾਲੀ ਗੱਲ ਹੈ ਕਿ ਸੋਚਣ ਵਾਲੀ ਗੱਲ ਆ ਕਿ ਆਪਾਂ ਇਸ ਦੁਨੀਆ ਤੋਂ ਕੀ ਲੈ ਕੇ ਜਾਣਾ ਹੈ, ਕੀ ਕਰਕੇ ਜਾਣਾ ਹੈ।
ਤੇ ਸਿਰਫ ਕੰਮ ਕੀ ਹੈ, ਜਿਹੜੇ 5-6 ਗਜ਼ ਦੀ ਕਬਰ ਵਿੱਚ ਸਿਰਫ ਆਪਣੇ ਅਮਾਲ ਕੰਮ ਆਣੇ, ਨਾ ਕਿ ਉੱਥੇ ਸਾਡਾ ਮਾਲੋ ਦੌਲਤ, ਇੱਥੇ ਕਿ ਸਾਡਾ ਲਿਬਾਸ ਵੀ ਲੈ ਜਾਣਾ। ਇਹ ਬ੍ਰਾਂਡਡ ਜਿਹੜਾ ਸਾਰੇ ਜਿਹੜੇ ਕਰਦੇ ਆ, ਆਪਣੇ ਆਪਣੇ ਜੁੱਤਿਆਂ ਤੇ ਫਖਰ ਕਰਦੇ ਆ, ਐਨਕਾਂ ਤੇ ਆਪਣੀ ਗੜੀਆਂ ਤੇ ਫਖਰ ਕਰਦੇ ਆ, ਆਪਣੀ ਦੌਲਤ ਚੈੱਕਾਂ ਤੇ ਫਖਰ ਕਰਨੇ ਆ, ATM ਕਾਰਡ ਤੇ ਫਖਰ ਕਰਨੇ ਆ, ਲੇਕਿਨ ਉਹ ਕੁਝ ਨਹੀਂ ਤੁਹਾਡੇ ਕੋਲ ਜਾਣਾ, ਸਿਰਫ ਤੁਹਾਡੇ ਅਮਾਲ ਜਾਣੇ ਆ। ਤੇ ਜਿਹੜਾ ਵੀ ਇਨਸਾਨ ਜਾਂਦਾ ਹੈ, ਜ਼ਰਾ ਸੋਚੋ ਕਿ ਸਿਕੰਦਰ ਆਜ਼ਮ, ਦੋਨੋਂ ਅੰਗਰੇਜ਼ ਉਹਨੂੰ ਅਲੈਗਜ਼ੈਂਡਰ ਕਹਿੰਦੇ ਨੇ, ਦਾ ਵਰਲਡ ਅਲੈਗਜ਼ੈਂਡਰ ਕਹਿੰਦੇ ਨੇ, ਅੱਧੀ ਦੁਨੀਆ ਫਤਿਹ ਕਰਨ ਵਾਲਾ ਸਿਕੰਦਰ ਆਜ਼ਮ ਉਹਨੂੰ ਕਹਿੰਦੇ ਨੇ। ਕਿ ਜਦੋਂ ਕਹਿੰਦੇ ਚੱਲਦਾ ਸੀ ਕਿ ਇੰਨਾ ਸਿਪਾ ਸਲਾਰ ਲਸ਼ਕਰ ਹੁੰਦਾ ਸੀ ਕਿ ਜਿਹੜੀ ਜਗ੍ਹਾ ਤੋਂ ਜਾਂਦਾ ਸੀ ਉੱਥੋਂ ਫਤਿਹ ਕਰਕੇ ਆਉਂਦਾ ਸੀ, ਤੇ ਇੰਨਾ ਹੀਰੇ ਜਵਾਹਰਾਤ ਦੁਨੀਆ ਦੀ ਹਰ ਸ਼ੈ 'ਚ, ਜਦੋਂ ਆਖਰੀ ਵਕਤ ਕਹਿੰਦਾ ਹੈ ਕਿ ਆਉਂਦਾ ਹੈ, ਸਵਾਲ ਕਰਦਾ ਹੈ ਕਿ ਦੁਨੀਆ ਲੋ, ਮੇਰੇ ਕੋਲ ਸਭ ਕੁਛ ਲੈ ਦਿਓ, ਮੈਨੂੰ ਇੰਨਾ ਟਾਈਮ ਦਿਓ ਕਿ ਮੈਂ ਘਰ ਵਾਪਸ ਚਲਾ ਜਾਵਾਂ। ਤੇ ਲੇਕਿਨ ਮੌਤ ਕਦੇ ਕਿਸੇ ਨੂੰ ਮੌਕਾ ਨਹੀਂ ਦਿੰਦੀ। ਤੇ ਯਾਦ ਰੱਖਣਾ ਹੈ, ਜਦੋਂ ਇਜ਼ਰਾਈਲ ਅਲੈਹਿਸਲਾਮ ਸਾਹਮਣੇ ਨਜ਼ਰ ਆਉਂਦੇ, ਅੱਖਾਂ ਪੱਟੀਆਂ ਰਹਿ ਜਾਂਦੀਆਂ, ਸਾਹ ਉੱਥੇ ਦਾ ਉੱਥੇ ਰਹਿ ਜਾਂਦਾ ਹੈ, ਕਿਸੇ ਕੋਈ ਚੀਜ਼ ਕੰਮ ਨਹੀਂ ਆਣੀ। ਤੇ ਮੇਰੇ ਦੋਸਤੋ, ਆਣਾ ਕੀ ਇਹ ਕੰਮ ਜਿਹੜਾ ਹੱਥ ਦਾ ਦਿੱਤਾ ਹੋਇਆ। ਤੇ ਮੇਰੇ ਗੱਲ ਦਾ ਟੌਪਿਕ ਦਾ ਮਕਸਦ ਇਹ ਹੋਏ ਕਿ ਅੱਜ ਕੱਲ੍ਹ ਦੇਖਿਆ ਲੋਕ ਯਾਰ, ਕੋਈ ਛਾਪਰ ਲੈ ਕੇ 500-500 ਦਾ 400-400 ਦਾ ਸੌਦਾ ਦਿੰਦੇ ਆ, ਤੇ ਨਾਲ ਦਰਵਾਜ਼ਾ ਖਟਕਾਉਂਦੇ ਆ, ਕਹਿੰਦੇ ਜੀ ਨਾਲ ਛਾਪਰ ਦੇ ਦਿਓ, ਤੇ ਨਾਲ ਉਹਨਾਂ ਦੀ 50-50 ਸੈਲਫੀਆਂ ਲੈਂਦੇ ਆ। ਯਾਰ ਖੁਦਾ ਦਾ ਖੌਫ ਕਰਾ, ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਅਗਰ ਕੋਈ ਸਦਕਾ ਖੈਰਾਤ ਦੇਣਾ ਚਾਹੁੰਦਾ ਹੈ ਤੇ ਇੱਕ ਹੱਥ ਨਾਲ ਦੂਜੇ ਹੱਥ ਨੂੰ ਪਤਾ ਨਾ ਚੱਲੇ। ਯਾਰ ਅਸੀਂ ਤਾਂ ਪੂਰੇ ਜ਼ਮਾਨੇ ਨੂੰ ਦਿਖਾਉਂਦੇ ਹਾਂ ਕਿ ਇਹ ਵੇਖੋ ਅਸੀਂ ਸਦਕਾ ਖੈਰਾਤ ਕਰਦੇ ਪਏ ਹਾਂ। ਯਾਰ ਇਹ ਕੋਈ ਅੱਛੀ ਗੱਲ ਨਹੀਂ। ਉਹ ਕਿਸੇ ਸ਼ਾਇਰ ਨੇ ਕਿਹਾ ਸੀ ਕਿ ਆਉਂਦਾ ਹੈ ਕਿ ਮੇਰੀ ਗੁਰਬਤ का पर्दा चा कर दिया तेरी दी हुई सगावत ने। ਤੇ ਯਾਰ ਸੋਚੋ, ਜਦੋਂ ਲੈਂਦੇ ਪਾਉਂਦੇ ਤਾਂ ਉਹਨਾਂ ਦੇ ਅੱਖਾਂ ਵੇਖ ਲਿਆ ਕਰੋ ਯਾਰ। ਕਦੇ ਆਪਣੀਆਂ ਮਾਵਾਂ ਭੈਣਾਂ ਜਦੋਂ ਅਸੀਂ ਸਦਕਾ ਦੇ ਰਹੇ ਹੁੰਦੇ, ਅਗਰ ਇਸ ਜਗ੍ਹਾ 'ਤੇ ਮੇਰੀ ਮਾਂ ਭੈਣ ਹੁੰਦੀ ਸਦਕਾ ਲੈਣ ਵਾਲੀ, ਤੇ ਉਹਦੀ ਅੱਖਾਂ ਕਿਵੇਂ ਸ਼ਰਮ ਨਾਲ ਝੁਕਣਾ। ਯਾਰ ਖੁਦ ਆਪਣੇ ਆਪ ਤੋਂ ਸੋਚਿਆ ਕਰੋ। ਮੈਂ ਤੁਹਾਡੇ ਅੱਗੇ ਹੱਥ ਬਣ ਕੇ ਗੁਜ਼ਾਰਿਸ਼ ਕਰਨਾ, ਮੈਂ ਇੱਕ ਰਾਤੀ ਵੀਡੀਓ ਦੇਖਦਾ ਪਿਆ ਦਿੱਲੀ ਪਾਕਿਸਤਾਨ 'ਚ। ਉਹ ਕੀ ਕਰਦਾ ਹੈ ਕਿ ਰਾਤ ਨੂੰ ਇੱਕ ਮੌਲਾਨਾ ਸਾਹਿਬ ਹੈਗੇ ਨੇ, ਰਾਤ ਨੂੰ ਦਰਵਾਜ਼ਾ ਖੜਕਾਉਂਦੇ, ਉਹਨਾਂ ਦਾ ਗਰੀਬ ਸਮਾਰਾ ਦਰਵਾਜ਼ਾ ਖੜਕਾ ਦੇ ਚਲੇ ਜਾਂਦੇ। ਉਹ ਵੀਡੀਓ ਉੱਪਰ ਵੀ ਆਇਆ ਤੇ ਲੇਕਿਨ ਉਹਨੇ ਆਪਣੇ ਚਿਹਰਾ ਨਹੀਂ ਦਿਖਾਉਂਦਾ, ਆਪਣੀ ਸਰ 'ਤੇ ਚਾਦਰ ਲਪੇਟੀ ਹੈ। ਇਹ ਜੀ ਅੱਲਾ ਦੇ ਨੇਕ ਬੰਦੇ ਪੈ, ਲੇਕਿਨ ਅਸੀਂ 500 ਰੁਪਏ ਦੇਣਾ ਹੁੰਦਾ ਹੈ ਤੇ ਅਸੀਂ ਸਾਰੇ ਜ਼ਮਾਨੇ 'ਚ ਚਰਚਾ ਕਰਦੇ ਲੈ ਜੋ 500 ਰੁਪਏ ਦੇਣੇ। ਇਹ ਤੁਹਾਡੀ ਨੇਕੀ ਨਹੀਂ ਹੁੰਦੀ, ਸਿਰਫ ਦਿਖਲਾਵਾ ਹੁੰਦਾ ਹੈ। ਦਿਖਲਾਵੇ ਦੀ ਅੱਲਾਹ ਤਾਲਾ ਨੂੰ ਇਬਾਦਤ ਵੀ ਕਬੂਲ ਨਹੀਂ ਹੈ। ਜਿਹੜਾ ਦਿਖਲਾਵੇ ਤੌਰ 'ਤੇ ਨਮਾਜ਼ ਪੜ੍ਹਦਾ, ਜੇ ਦਿਖਲਾਵੇ ਤੌਰ 'ਤੇ ਹੱਜ ਕਰਦਾ ਹੈ, ਜਿਹੜੇ ਦਿਖਲਾਵੇ ਤੌਰ 'ਤੇ ਸਦਕਾ ਖੈਰਾਤ ਕਰਦਾ, ਅੱਲਾਹ ਤਾਲਾ ਨੂੰ ਇਸ ਤਰ੍ਹਾਂ ਦਾ ਕੋਈ ਚੀਜ਼ ਕਬੂਲ ਨਹੀਂ ਹੈਗੀ। ਤੇ ਮੇਰੇ ਭਾਈਓ ਜ਼ਰਾ ਸੋਚੋ ਕਿ ਮੈਂ ਤੁਹਾਨੂੰ ਦੋ ਮਿਸਾਲਾਂ ਦਿੱਤੀਆਂ ਕਿ ਕੁਝ ਨਹੀਂ ਲੈ ਕੇ ਜਾਣਾ। ਅਲੀ ਬਨਤ ਜੇ ਇੱਕ ਐਸੇ ਇਨਸਾਨ ਜਿਹੜੇ ਦੁਨੀਆ ਵਾਸਤੇ ਆਪਾਂ ਨੂੰ ਪੈਗਾਮ ਦੇ ਕੇ ਚਲੇ ਗਏ, ਲੇਕਿਨ ਆਪਾਂ ਉਸ ਨੂੰ ਪੈਗਾਮ ਨੂੰ ਕਦੇ ਸੁਣਿਆ ਨਹੀਂ। ਸੋਚੋ ਇਹ ਨੌਜਵਾਨਾਂ ਵਾਸਤੇ ਅਕਲ ਦੇ ਘੋੜੇ ਦੜਾਉਣ ਵਾਲੀ ਗੱਲ ਹੈ ਯਾਰ, ਕਿ 70-80 ਸਾਲ ਦੇ 100 ਸਾਲ ਦੇ ਬਾਬੇ ਵੀ ਕਦੇ ਜਾਂ ਮੈਸੇਜ ਨਹੀਂ ਦੇ ਕੇ, ਜਦੋਂ 32 ਸਾਲ ਦੇ ਦੋ ਨੌਜਵਾਨ ਇੱਕ ਸਿਕੰਦਰ ਆਜ਼ਮ ਤੇ ਅਲੀ ਪੰਡਤ ਹੈ ਤੇ ਮੁਸਲਮਾਨਾਂ ਵਾਸਤੇ ਪੈਗਾਮ ਦੇ ਕੇ ਗਏ ਨੇ। ਉਹ ਕਹਿੰਦਾ ਹੈ ਕਿ ਅਫਰੀਕੀ ਬੱਚੇ ਦੀ ਖੁਸ਼ੀ ਤੋਂ ਵੱਧ ਤੇ ਇਹ ਗੱਡੀ ਦੀ ਕੋਈ ਕੀਮਤ ਨਹੀਂ, ਇਹ ਵਾਚ ਦੀ, ਇਹ ਗਲਾਸਿਸ ਦੀ, ਇਹ ਸ਼ੂਜ਼ ਦੀ ਕੋਈ ਕੀਮਤ ਨਹੀਂ, ਸਿਰਫ ਅਫਰੀਕੀ ਬੱਚੇ ਦੀ ਖੁਸ਼ੀ ਤੋਂ ਵੱਧ ਤੇ ਸੋਚੋ ਕਿ ਅਸੀਂ ਕਿੰਨੇ ਲੋਕਾਂ ਦੀ ਖੁਸ਼ੀ ਕੁਰਬਾਨ ਕਰਦੇ। ਆਪਣੇ ਇਰਦ ਗਿਰਦ ਅੜੋਸ ਪੜੋਸ ਲੋਕ ਇੰਨੇ ਤਨਖਾਹਾਂ ਲੈ ਰਹੇ, ਲੱਖ 2-2 ਲੱਖ 50-50 ਹਜ਼ਾਰ ਤਨਖਾਹਾਂ ਲੈ ਕੇ ਆਪਣੇ ਹਮਸਾਇਆਂ ਦੇ ਘਰ ਚੱਕਰ ਲਗਾ ਕੇ ਦੇਖਿਆ ਮੇਰੇ ਹਮਸਾਇਆਂ ਨੇ ਘਰ ਕੀ ਪਕਾਇਆ। ਸਾਡੇ ਪਿਆਰੇ ਨਬੀ ਨੇ ਫਰਮਾਇਆ ਕਿ ਅਗਰ ਸਾਲਨ ਪਕਾਉਂਦੇ ਪਿਆ ਤਾਂ ਉਹਦੇ ਵਿੱਚ ਸ਼ੋਰਬਾ ਜ਼ਿਆਦਾ ਰੱਖਿਆ ਕਰੋ, ਕਿ ਕੁਛ ਆਪਣੇ ਹਮਸਾਇਆ ਘਰ ਵੀ ਦੇ ਕੇ ਆਓ। ਅਗਰ ਹਮਸਾਇਆ ਘਰ ਦੇ ਕੇ ਨਹੀਂ ਆਉਂਦੇ ਹੋ ਤਾਂ ਉਹਦਾ ਜਿਹੜੀ ਖੁਸ਼ਬੂ ਦੀ ਮਹਿਕ ਉਹ ਢਾਂਪ ਲਿਆ ਕਰੋ, ਕਿ ਲੋਕਾਂ ਅਗਰ ਤੁਸੀਂ ਨਹੀਂ ਦੇਖ ਸਕਦੇ ਤਾਂ ਉਹਦੀ ਖੁਸ਼ਬੂ ਨਾਲ ਘਰ ਨਾ ਜਾਵੇ, ਉਹਨਾਂ ਦੇ ਬੱਚੇ ਵਿਲਕਣ ਨਾ। ਤੇ ਯਾਰ ਸੋਚੋ ਕਿ ਅਸੀਂ ਕੀ ਨਹੀਂ ਕਰਦੇ ਪਏ ਹਾਂ। ਜ਼ਰਾ ਸੋਚਣ ਵਾਲੀ ਗੱਲ ਹੈ ਕਿ ਜ਼ਿੰਦਗੀ ਬਹੁਤ ਹੀ ਮਹਦੂਦ ਆ, ਕਿ ਆਉਂਦੀ 50-60 ਸਾਲ ਦੀ ਜ਼ਿੰਦਗੀ ਤੋਂ ਉਸ ਤੋਂ ਜ਼ਿਆਦਾ ਨਹੀਂ ਨਿਕਲਦੀ ਪਈ ਆ। 40 ਸਾਲ ਤੋਂ ਬੰਦਾ ਇਨਸਾਨ ਦੇ ਜਿਸਮ ਅਸਾਬੀ ਕਮਜ਼ੋਰੀ ਸ਼ੁਰੂ ਹੋ ਜਾਂਦੀ ਹੈ, ਉਹਦੀ ਤਾਕਤ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀ ਹੈ, ਉਹਦੇ ਜਿਹੜੀ ਜ਼ਿਹਨ ਦੇ ਮਾਈਂਡ ਕਮਜ਼ੋਰ ਹੋਣਾ ਸ਼ੁਰੂ, ਅੱਖਾਂ ਦੀ ਨਜ਼ਰ ਕੰਮ ਹੋਣਾ ਸ਼ੁਰੂ ਹੋ ਜਾਂਦੀ ਹੈ। ਤੇ ਦੇਖੋ ਅਸੀਂ ਜਿੰਨੀ 40-40 50-50 ਸਾਲ ਉਮਰ ਹੋ ਗਈ ਪਤਾ ਨਹੀਂ ਚੱਲਿਆ, ਤੇ ਬਾਕੀ 20-25 ਸਾਲ ਦੀ ਉਮਰ ਦਾ ਪਤਾ ਨਹੀਂ ਚੱਲਣਾ। ਅੱਦ ਤੱਕ ਮਲਕੁਲ ਮੌਤ ਦਾ ਫਰਿਸ਼ਤਾ ਆ ਜਾਣਾ, ਸਾਹ ਇੱਥੇ ਰੁਕ ਜਾਣੀ ਹੈ, ਖਾਲੀ ਹੱਥ ਤੁਸੀਂ ਜਾਣਾ ਹੈ। ਤੁਹਾਡੇ ਅਮਾਲ ਤੁਹਾਡੇ ਕੰਮ ਆਵਾਂ ਦੇ, ਹੋਰ ਕੁਝ ਨਹੀਂ ਆਉਣਾ। ਤੇ ਮੇਰੇ ਭਾਈ ਜੋ ਵੀ ਆਪਣੇ ਦੋਸਤਾਂ ਦਾ, ਆਪਣੇ ਰਿਸ਼ਤੇਦਾਰਾਂ ਦਾ, ਆਪਣੇ ਅੜੋਸ ਪੜੋਸ ਦਾ ਖਿਆਲ ਰੱਖਣਾ।
थोड़ी मेरा ਤੇ ਤੁਹਾਡਾ ਇਹ ਫਰਜ਼ ਆ ਕਿ ਇਨਸ਼ਾਅੱਲਾ ਜ਼ਰੂਰ ਇਹ ਪੂਰਾ ਕਰਨਾ ਤੇ ਨਾ ਕਿ ਦਿਖਲਾਵੇ ਵਾਸਤੇ ਦੁਨੀਆ ਨੂੰ ਦਿਖਲਾਵੇ ਵਾਸਤੇ ਦੁਨੀਆ ਦੀ ਸ਼ਾਬਾਸ਼ੀ ਲੈਣ ਵਾਸਤੇ ਆਪਾਂ ਨਹੀਂ ਕਰਨਾ ਸਿਰਫ ਇੱਕ ਅੱਲਾ ਨੂੰ ਰਾਜ਼ੀ ਕਰਨਾ ਹੈ ਤੇ ਇਨਸ਼ਾਅੱਲਾ ਜ਼ਰੂਰ ਕਰਾਂਗੇ ਮੇਰੇ ਭਾਈਓ ਤੁਹਾਡਾ और मेरा ज़रूर तावन तो लास्ट गल है कि ज़रूर मेरा चैनल सब्सक्राइब करना और वीडियो को मेरी हर वीडियो को इंशाल्लाह हर रोज़ आया करेगी ज़रूर देखना जनाब मेरे नाल मैं इजाज़त चाहना इंशाल्लाह कल एक नवी वीडियो के नाल आगाज़ करा दे जनाब बहुत बहुत मेहरबानी वस्सलाम।